ख्वातीन व हज़रात, ये 15वीं किस्त है मेरी खुद नविश्ती अज। और अ, मैं बड़े बोझल दिल दे नाल ये किस्तां रिकॉर्ड करन डे अजकल दियां, लेकिन चूंकि तारीख दा हिस्सा है, यानी किसी घर दा टुट जाना इस तो वड्डी केड़ी बदनसीबी है। और फिर इस घर दे टुटण तो बाद, घर तो मेरी मुराद पाकिस्तान है, ਕਿ ਪਾਕਿਸਤਾਨ ਬਣਿਆ ਤੇ ਇਹਦੇ ਦੋ ਸੂਬੇ ਕਹਿ ਲਓ ਤੁਸੀਂ, ਜਾਂ ਵਨ ਯੂਨਿਟ ਹੁੰਦਾ ਸੀ, ਇੱਕ ਈਸਟ ਪਾਕਿਸਤਾਨ ਹਿੱਸਾ, ਇੱਕ ਵੈਸਟ ਪਾਕਿਸਤਾਨ। ਲੇਕਿਨ 1969 ਚ ਜਦੋਂ ਕਿ ਮੈਂ ਕਰਾਚੀ ਮੂਵ ਹੋਇਆ ਆਪਣੇ ਪਿੰਡ ਤੋਂ, ਉੱਥੇ ਜਾ ਕੇ ਤੇ ਅੱਖਾਂ ਖੁੱਲੀਆਂ, ਵੇਖਿਆ ਚਾਰ ਚਫੇਰੇ, ਤੇ ਇਹ ਮੁਸ਼ਾਹਦਾ ਕਰਨ ਨੂੰ ਚੀਜ਼ਾਂ ਮਿਲੀਆਂ। ਔਰ ਕੁਝ ਭਾਈ ਵੱਡੇ ਚੁੱਕੇ ਉਹ ਅਖਬਾਰਾਂ ਨਾਲ ਇਨ ਟੱਚ ਰਹਿੰਦੇ ਹੁੰਦੇ ਸੀ, ਤੇ ਕੁਝ ਹਫ਼ਤੇ ਪਿੱਛੋਂ ਅਖਬਾਰ ਘਰ ਆ ਜਾਂਦੀ ਸੀ। ਇਹ ਕਾਸ਼ ਕਾਸ਼ ਇਹ ਸਾਨੇਹਾਤ ਨਾ ਹੁੰਦੇ, ਜਾਂ ਮੈਂ ਆਪਣੀਆਂ ਅੱਖਾਂ ਨਾਲ ਨਾ ਇਹ ਵੇਖੇ ਹੁੰਦੇ। ਇਹ ਜਿਸ ਵਕਤ ਵੀ ਮੈਂ ਇਹਨਾਂ ਨੂੰ ਦੁਹਰਾਨਾ, ਜਾਂ ਮੈਂ ਹੁਣ ਰਿਕਾਰਡ ਵੀ ਕਰ ਰਿਹਾ, ਤੇ ਮੈਨੂੰ ਬੜੀ ਸਖਤ ਤਕਲੀਫ ਹੈ ਇਸ ਗੱਲ ਦੀ ਕਿ ਚੂੰਕਿ ਮੈਂ ਆਪਣੇ ਮੁਸ਼ਾਹਦਾਤ ਦੀ ਬੇਸਿਸ ਤੇ ਮੈਂ ਸਭ ਕੁਝ ਰਿਕਾਰਡ ਕਰ ਰਿਹਾ। 1947 ਦੀ ਵੰਡ 'ਚ ਜਿੱਥੇ ਲੱਖਾਂ ਇੱਜ਼ਤਾਂ ਪਾਮਾਲ ਹੋਈਆਂ, ਲੋਕੀ ਜਿਹੜੇ ਨੇ ਉਹ ਮਰ ਗਏ, ਕਤਲੋ ਗਰਤ ਕਰੀ ਹੋਈ। ਔਰ ਉਹ ਵੀ ਓਨੈਸਟਲੀ ਸਪੀਕਿੰਗ ਮੇਰਾ ਐਨਾਲਿਸਿਸ ਇਹ ਹੈ ਕਿ ਸਿਆਸਤ ਦੀ ਭੇਂਟ ਹੀ ਚੜ ਗਏ। ਜਾਂ ਤੇ ਅਸੀਂ ਨਾ ਕਿ ਅੱਲਾਹ ਤਾਲਾ ਆਪਣੇ ਰਹਿਮਤ ਕਰਮ ਕਰਦਾ ਔਰ ਸਾਨੂੰ ਇਹ ਤੌਫੀਕ ਦਿੰਦਾ ਕਿ ਜਿਹੜਾ ਪਾਕਿਸਤਾਨ ਵੀ ਬਣ ਗਿਆ ਸੀ, ਇੰਨੀ ਕਤਲੋ ਗਾਰਤ ਗਰੀ ਤੋਂ ਬਾਅਦ ਅਸੀਂ ਉਸ ਪਾਕਿਸਤਾਨ ਨੂੰ ਉਹ ਮਾਡਲ ਪਾਕਿਸਤਾਨੀ ਬਣਾਉਣ ਦੇ ਕਾਬਲ ਹੁੰਦੇ, ਔਰ ਉੱਥੇ ਇਨਸਾਨੀ ਬੁਨਿਆਦੀ ਇਨਸਾਨੀ ਹਕੂਕ ਦੀਆਂ ਅਦਾਇਗੀਆਂ ਹੁੰਦੀਆਂ। ਲੇਕਿਨ ਬਦਕਿਸਮਤੀ ਇਹ ਕਿ ਨਾ ਹੋਇਆ। ਇਹ ਪਹਿਲੇ ਸਨ 47 ਤੋਂ ਲੈ ਕੇ ਤੇ ਸਨ 69 ਤੱਕ, ਜਦੋਂ ਹੁਣ ਮੇਰੀ ਚੂੰਕਿ 10 ਕਿਆ ਸਾਲ ਉਮਰ ਸੀ ਉਦੋਂ, ਤੇ ਇਹ ਤੁਸੀਂ ਕਹਿ ਲਓ 20-22 ਸਾਲ ਦੇ ਅਰਸੇ ਦੇ ਵਿੱਚ, ਉਦੋਂ ਬੰਗਾਲੀ ਵੀ ਚੂੰਕਿ ਬਹੁਤ ਜ਼ਿਆਦਾ ਹੁੰਦੇ ਸਨ, ਤੇ ਮੈਨੂੰ ਜ਼ਿਆਦਾ ਮੁਸ਼ਾਹਦਾ ਅਖਬਾਰਾਂ ਤੋਂ ਤੇ ਮਿਲਿਆ ਹੀ ਮਿਲਿਆ। ਲੇਕਿਨ ਮੇਰਾ ਕੁਆਟਰ ਨੰਬਰ 107 ਸੀ, ਮੈਂ ਆਪਣੇ ਭਾਈ ਦੇ ਨਾਲ ਰਹਿਣਾ ਸਾਂ, ਤੇ 106 ਨੰਬਰ ਕੁਆਟਰ ਬਿਲਕੁਲ ਸਾਹਮਣੇ, ਉੱਥੇ ਬਹਾਦਰ ਯਾਰ ਜੰਗ, ਉਹ ਭਾਈ ਮੈਂ ਉਹਨਾਂ ਨੂੰ ਕਹਿੰਦਾ ਸਾਂ, ਵੱਡੇ ਸਨ ਮੇਰੇ ਭਾਈਆਂ ਵਾਂਗੂ, ਉਹ ਵੀ ਸਟੇਟ ਬੈਂਕ 'ਚ ਜੌਬ ਕਰਦੇ ਸਨ, ਤੇ ਉਹ ਬੰਗਾਲੀ ਸਨ। ਅੱਲਾਹ ਤਾਲਾ ਖੁਸ਼ ਰੱਖੇ, ਪਤਾ ਨਹੀਂ ਹੁਣ ਉਹ ਕਿੱਥੇ ਨੇ, ਉਹ ਹੈ ਨੇ, ਹਯਾਤ ਨੇ, ਨਹੀਂ ਹਯਾਤ ਹੈਗੇ। ਲੇਕਿਨ ਇਹ ਕਿ ਉਹਨਾਂ ਦੇ ਕੋਲ ਮੇਰਾ ਬਹਿਣਾ ਉੱਠਣਾ, ਚੂੰਕਿ ਮੈਂ ਛੋਟਾ ਸਾਂ, ਤੇ ਉਹ ਭਾਈ ਹੋਰਾਂ ਦੇ ਕੁਲੀਗ ਵੀ ਸਨ, ਦੋਸਤ ਵੀ ਸਨ, ਤੇ ਉਹ ਉਰਦੂ ਟੁੱਟੀ ਭੱਜੀ ਜਿਹੜੀ ਉਹ ਬੋਲ ਲੈਂਦੇ ਸਨ, ਉਹ ਸਮਝ ਵੀ ਲੈਂਦੇ ਸਨ, ਲੇਕਿਨ ਅਸਲ ਜ਼ੁਬਾਨ ਉਹਨਾਂ ਦੀ ਬੰਗਾਲੀ ਹੁੰਦੀ ਸੀ। ਤੇ ਉਹਨਾਂ ਦੀ ਮਿਸਿਸ ਵੀ ਮੇਰੇ ਨਾਲ ਇੱਕ ਛੋਟਾ ਹੋਣ ਦੇ ਨਾਤੇ, ਬੱਚਾ ਹੋਣ ਦੇ ਨਾਤੇ ਬਹੁਤ ਪਿਆਰ ਕਰਦੇ ਸਨ। ਤੇ ਮੈਨੂੰ ਉਹਨਾਂ ਦੇ ਲਾਗੇ ਬਹਿ ਕੇ ਉਹਨਾਂ ਦੇ ਅਥਰੂ ਵੇਖਣ ਦਾ ਮੌਕਾ ਮਿਲਦਾ ਸੀ ਕਿ ਜੋ ਕੁਝ ਉਹਨਾਂ ਦਿਨਾਂ ਵਿੱਚ ਈਸਟ ਪਾਕਿਸਤਾਨ ਵਿੱਚ ਹੋਣ ਡਿਆ ਸੀ, ਮਸ਼ਰਕੀ ਪਾਕਿਸਤਾਨ 'ਚ, ਉਹ ਘਰ 'ਚ ਬਹਿ ਕੇ, ਤੇ ਚੂੰਕਿ ਰੇਡੀਓ ਵਗੈਰਾ ਹੀ ਜ਼ਿਆਦਾ ਹੁੰਦੇ ਸਨ, ਤੇ ਜਾਂ ਕੋਈ ਟਰੰਕ ਕਾਲ ਬੁੱਕ ਕਰਾ ਕੇ ਕਿਤੇ ਗੱਲ ਕਰ ਲੈਣੀ ਉਹਨਾਂ ਪਿਛਾਂ ਆਪਣੇ ਈਸਟ ਪਾਕਿਸਤਾਨ ਦੇ ਵਿੱਚ, ਮਸ਼ਰਕੀ ਪਾਕਿਸਤਾਨ ਦੇ ਵਿੱਚ, ਤੇ ਉਹਨਾਂ ਨੇ ਪੁੱਛਣਾ ਦੱਸਣਾ ਆਪਣੇ ਪਿੰਡ ਦੇ ਵਿੱਚ, ਆਪਣੇ ਸ਼ਹਿਰ ਦੇ ਵਿੱਚ ਉਸ ਮੁਲਕ ਦੇ ਵੀ ਹਾਲਾਤ ਕੀ ਨੇ, ਤੇ ਉੱਥੋਂ ਜਿਹੜੀਆਂ ਖਬਰਾਂ ਆਉਣੀਆਂ, ਉਹਨਾਂ ਖਬਰਾਂ ਨੂੰ ਸੁਣ ਕੇ ਤੇ ਉਹਨਾਂ ਮੀਆਂ ਬੀਵੀ ਨੇ ਰੋਣਾ। ਤੇ ਉਹ ਜ਼ਾਹਿਰ ਹੈ ਕਿ ਮੈਂ ਲਾਗੇ ਬੈਠਾ ਨਸਾਂ, ਮੇਰੇ ਤੇ ਵੀ ਬੜੇ ਹੀ ਉਹਦੇ ਮੰਨਫੀ ਅਸਰਾਤ ਮੁਰਤਬ ਹੋਣੇ, ਔਰ ਮੈਨੂੰ ਵੀ ਬੜਾ ਹੀ ਦੁੱਖ ਤੇ ਤਕਲੀਫ ਹੋਣੀ ਕਿ ਚੂੰਕਿ ਮੇਰਾ ਵੀ ਉਹਨਾਂ ਦੇ ਨਾਲ ਇੱਕ ਤਾਲੁਕ ਸੀ ਕਿ ਮੇਰੇ ਪੜੋਸੀ ਵੀ ਸਨ ਉਹ, ਔਰ ਮੇਰੇ ਵੱਡੇ ਵੀ ਸਨ, ਉੱਥੇ ਭਾਈਆਂ ਦੇ ਦੋਸਤ ਹੈਗੇ ਸਨ, ਉਹ ਸਾਰੀ ਫੈਮਿਲੀ ਜਿਹੜੀ ਸਾਰਾ ਟੱਬਰ ਜਿਹੜਾ ਹੈਗਾ। ਔਰ ਬਿਲਖਸੂਸ ਮੈਨੂੰ ਇਸ ਵਾਸਤੇ ਉਹ ਜ਼ਿਆਦਾ ਚੰਗੇ ਲੱਗਦੇ ਸਨ ਕਿ ਅਸੀਂ ਛੜੇ ਹੀ ਰਹਿੰਦੇ ਸਨ, ਕਿ ਵੱਡੇ ਭਾਈ ਜਿਹੜੇ ਨੇ ਸਿਰਫ ਇਕੱਲੇ, ਉਦੋਂ ਭਾਈ ਅਸਲਮ ਸਾਹਿਬ ਮੈਰਿਡ ਸਨ, ਤੇ ਉਹਨਾਂ ਦੀ ਮਿਸਿਸ ਵੀ ਕੋਈ ਮੈਡੀਕਲ ਵਜੂਹਾਤ ਦੀ ਬੁਨਿਆਦ ਤੇ ਜਿਹੜਾ ਉਹ ਪਿੰਡੋਂ ਕਰਾਚੀ ਨਹੀਂ ਸਨ ਆਉਂਦੇ, ਤੇ ਆਉਂਦੇ ਸਨ ਤੇ ਉਹ ਕੋਈ ਨਾ ਕੋਈ ਇਲਾਜ ਮੁਆਲਜੇ ਦੇ ਮਾਮਲੇ ਦੇ ਵਿੱਚ ਹੀ ਆਉਂਦੇ ਸਨ। ਉਹਨਾਂ ਦੀ ਐਡੀ ਕੋ ਆਪਸ ਦੇ ਵਿੱਚ ਜਿਹੜੀ ਬਣਨ ਵਾਲੀ ਗੱਲ ਹੈ ਉਹ ਵੀ ਨਹੀਂ ਸੀ ਬਣਦੀ। ਇਸ ਵਾਸਤੇ ਫਿਰ ਭਾਬੀ ਮੁਹਤਰਮਾ ਅੱਲਾਹ ਤਾਲਾ ਗਰੀਕ ਰਹਿਮਤ ਕਰੇ ਵਾਪਸ ਪਿੰਡ ਹੀ ਚਲੇ ਜਾਂਦੇ ਸਨ। ਅਕਸਰ ਔਕਾਤ ਅਸੀਂ ਉੱਥੇ ਇਕੱਲੇ ਛੜੇ ਹੀ ਰਹਿੰਦੇ ਸਾਂ। ਤੇ ਉਹ ਇਹ ਹਾਲਾਤ ਵਹਿੰਦਿਆਂ ਹੋਇਆਂ ਮੈਨੂੰ ਕਦੀ ਕੋਈ ਤਾਪ ਚੜ ਜਾਣਾ, ਬੁਖਾਰ ਹੋ ਜਾਣਾ, ਕੋਈ ਗੋਲੀਆਂ ਛੋਲੀਆਂ, ਤੇ ਉਹਨਾਂ ਵੱਡੇ ਭਾਈ ਚੂੰਕਿ ਗਏ ਹੁੰਦੇ ਸੀ ਆਪਣੀ ਆਪਣੀਆਂ ਨੌਕਰੀਆਂ ਤੇ ਮੈਨੂੰ ਮੇਰੀ ਕੇਅਰ ਫਿਰ ਜਿਹੜਾ ਉਹ ਮੇਰੀ ਭਾਬੀ ਕਹਿ ਲਓ ਵੱਡੀ, ਜਿਹੜੀ ਉਹ ਬੰਗਾਲ ਦੇ ਸਨ, ਬਹਾਦਰ ਯਾਰ ਜੰਗ, ਉਹਨਾਂ ਦੀ ਮਿਸਿਸ ਨੇ ਮੈਨੂੰ ਕੋਈ
ਕੋਈ ਉਸ ਵਕਤ ਦੀ ਜਿਹੜੀ ਹੈ ਕੋਈ ਬੁਖਾਰ ਤੋੜ ਗੋਲੀਆਂ ਛੋਲੀਆਂ ਹੋਣੀਆਂ, ਜਾਂ ਉਹਨਾਂ ਨੇ ਕੋਈ ਦਲੀਆ ਖਿਚੜੀ ਬਣਾ ਕੇ ਮੈਨੂੰ ਦੇ ਦੇਣੀ। ਅੱਲਾਹ ਤਾਲਾ ਉਹਨਾਂ ਨੂੰ ਜਜ਼ਾ ਦੇਵੇ ਉਸ ਗੱਲ ਦੀ ਕਿ ਮੈਨੂੰ ਬਚਪਨ ਦੇ ਵਿੱਚ ਇਸੇ ਤਰ੍ਹਾਂ ਹੀ ਉਹਨਾਂ ਮੇਰੇ ਵੱਲ ਤਵੱਜੋ ਦਿੱਤੀ, ਜਿਵੇਂ ਆਪਣੇ ਬੱਚਿਆਂ ਵੱਲ ਤਵੱਜੋ ਦਿੱਤੀ ਹੁੰਦੀ ਹੈ। ਤੇ ਉਹਨਾਂ ਦੇ ਕੋਲ ਜਦੋਂ ਮੈਂ ਬਹਿਣਾ ਤੇ ਉੱਥੋਂ ਦੀਆਂ ਗੱਲਾਂ ਸੁਣਨੀਆਂ, ਕਿਉਂਕਿ ਉਹ ਮੈਂ ਮਾਰਚ 69 ਚ ਉੱਥੇ ਪਹੁੰਚਿਆ ਹਾਂ, ਤੇ ਉਹ ਪੂਰਾ ਜੋਬਨ ਸੀ ਉਹਨਾਂ ਤਹਿਰੀਕਾਂ ਦਾ, ਜਿਹੜੀਆਂ ਕਿ ਬੰਗਾਲ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਸਨ, ਤੇ ਕੁਝ ਕੁਝ ਉਹਦੇ ਅਸਰਾਤ ਜਿਹੜੇ ਨੇ ਮਗਰਬੀ ਪਾਕਿਸਤਾਨ ਤੇ ਵੀ ਉਹ ਸ਼ੁਰੂ ਹੋ ਗਏ ਸਨ। ਇਹਨਾਂ ਬੁਹਰਾਨਾਂ ਨੂੰ ਹੀ ਮੱਦੇਨਜ਼ਰ ਰੱਖਦਿਆਂ ਹੋਇਆਂ, ਜਿਵੇਂ ਮੈਂ ਅੱਗੇ ਦੱਸਿਆ ਤੁਹਾਨੂੰ, ਕਿ ਇਹਦੇ 'ਚ ਮੁਆਵਜ਼ਾ ਕਰਨ ਦੇ ਵਿੱਚ ਕਤਨ ਕੋਈ ਐਸਾ ਹਰਜ ਵਾਲੀ ਗੱਲ ਨਹੀਂ। ਸ਼ਾਇਦ ਅੱਲਾਹ ਤਾਲਾ ਮੇਰੀ ਜ਼ੁਬਾਨ 'ਚੋਂ ਕੋਈ ਅਲਫਾਜ਼ ਐਸੇ ਕਹਿਲਵਾ ਦੇਵੇ ਕਿ ਮੈਂ ਹੁਣ ਜਿਸ ਵੇਲੇ ਵੇਖਣਾ ਨਾ ਕਿ ਪਾਕਿਸਤਾਨ ਦੇ ਉਸ ਤੋਂ ਬਾਅਦ ਕੁਝ ਸਬਕ ਸਿੱਖਿਆ ਕਿ ਨਹੀਂ ਸਿੱਖਿਆ। ਸੱਚੀ ਗੱਲ ਤੇ ਇਹ ਆ ਕਿ ਇਹ ਹਮਾਕਤਾਂ, ਜਿਹੜੀਆਂ ਕੌਮੀ ਹਮਾਕਤਾਂ ਅਸੀਂ ਕੀਤੀਆਂ ਪਹਿਲੋਂ 1970-71 ਤੋਂ ਪਹਿਲੋਂ, ਮਸ਼ਰਕੀ ਪਾਕਿਸਤਾਨ ਬਣਨ ਤੋਂ ਪਹਿਲੋਂ, ਉਸ ਤੋਂ ਬਾਅਦ ਅਸੀਂ ਕੋਈ ਚੀਜ਼ ਸਿੱਖੀ ਨਹੀਂ, ਬਲਕਿ ਉਹ ਹਮਾਕਤਾਂ ਅਸੀਂ ਜਾਰੀ ਰੱਖੀਆਂ। ਲੇਕਿਨ ਇਹ ਸਾਡੀ ਬਦਨਸੀਬੀ ਕਿ ਅਸੀਂ 71 ਤੋਂ ਪਹਿਲੋਂ ਵੀ, ਪਹਿਲਾ ਮਾਰਸ਼ਲ 1958 ਚ ਲੱਗਾ, ਅਯੂਬ ਖਾਨ ਸਾਹਿਬ ਨੇ ਲਾਤਾ, ਗੋ ਬੜੀ ਤਰੱਕੀ ਉਦੋਂ ਹੋਈ। ਲੇਕਿਨ ਇਹ ਕਿਵੇਂ ਕਿਹਾ ਜਾ ਸਕਦਾ ਕਿ ਅਗਰ ਸਿਆਸਤਦਾਨਾਂ ਨੂੰ ਉਹ ਮੌਕਾ ਮਿਲਦਾ ਹੁੰਦਾ, ਜਾਂ ਇਹ ਕਿਸੇ ਲਾਲਚ ਜਾਂ ਖੌਫ ਦੀ ਵਜ੍ਹਾ ਤੋਂ, ਅਗਰ ਇਹ ਆਰਮੀ ਸਾਡੀ ਜਿਹੜੀ ਹੈ ਇਹਨੂੰ ਅਫਵਾਜ ਨੂੰ ਇਹ ਦੱਸ ਦਿੰਦੇ, ਉਹਨਾਂ ਨਾਲ ਮੁਕਮਗਾ ਕਰਨ ਦੀ ਬਜਾਏ, ਰਲ ਕੇ ਟੁਰਨ ਦੀ ਬਜਾਏ, ਮਸਲਬ-ਪਸੰਦੀ ਨਾਲ ਟੁਰਨ ਦੀ ਬਜਾਏ, ਉਹਨਾਂ ਨੂੰ ਦੱਸਦੇ ਕਿ ਭਾਈ ਜੀ ਤੁਹਾਡਾ ਉਹ ਏਰੀਆ, ਸਾਡਾ ਇਹ ਏਰੀਆ, ਸਾਨੂੰ ਇਹ ਕੰਮ ਕਰਨ ਦਿਓ। ਇਹ ਇੰਡੀਆ ਦੇ ਵਿੱਚ ਹੋ ਗਿਆ। ਉੱਥੇ ਸਿਆਸਤਦਾਨਾਂ ਨੂੰ ਇੱਕ ਭਰਪੂਰ ਮੌਕਾ ਮਿਲਿਆ ਖਿਦਮਤ ਕਰਨ ਦਾ। ਉਸੇ ਮੁਆਸ਼ਰੇ ਚੋਂ ਅਸੀਂ ਵੱਖਰੇ ਹੋਏ ਸਾਂ, ਸਾਨੂੰ ਕਿਉਂ ਨਾ ਮੌਕਾ ਮਿਲਿਆ? ਔਰ ਉਹਦੀ ਵਜੂਹਤ ਇਹ ਨਹੀਂ ਵੀ ਉਹਦੇ ਸਿਰਫ ਅਫਵਾਜ ਹੀ ਜ਼ਿੰਮੇਦਾਰ ਨੇ, ਉਹਦੇ 'ਚ ਹਰ ਉਹ ਤਬਕਾ ਜ਼ਿੰਮੇਦਾਰ ਹੈ ਜਿਹੜਾ ਮਸਲਹਤ ਪਸੰਦੀ ਦਾ ਸ਼ਿਕਾਰ ਹੈ। ਇਹ ਜਿਹੜੇ ਹਾਲਾਤ ਨੇ, ਉਦੋਂ ਵੀ ਤਹਿਰੀਕਾਂ ਜਿਹੜੀਆਂ ਨੇ ਲਸਾਨੀ ਬੁਨਿਆਦਾਂ ਦੇ ਉੱਤੇ ਜਿਹੜੀਆਂ ਉਹ ਤਹਿਰੀਕਾਂ ਖੜੀਆਂ ਵੀ ਹੋਈਆਂ, ਔਰ ਉਹਨਾਂ ਨੂੰ ਅਹਿਸਾਸੇ ਮਹਿਰੂਮੀ ਹੋਇਆ ਤੇ ਉਹ ਖੜੀਆਂ ਹੋਈਆਂ। ਕਿੱਸਾ ਕੋਤਾ ਹੈ ਕਿ 1969 ਚ ਜਦੋਂ ਮੈਂ ਉੱਥੇ ਗਿਆ ਕਰਾਚੀ ਦੇ ਵਿੱਚ, ਤੇ ਕਰਾਚੀ ਦੇ ਵਿੱਚ ਇਹ ਚੀਜ਼ਾਂ ਆਮ ਸਨ, ਅਖਬਾਰਾਂ ਦੇ ਵਿੱਚ ਵੀ ਲਿਖੀਆਂ ਜਾਂਦੀਆਂ ਸਨ। ਔਰ ਇਹ ਮੈਂ ਤੁਹਾਨੂੰ ਦੱਸਿਆ ਕਿ ਬਹਾਦਰ ਯਾਰ ਜੰਗ ਸਾਹਿਬ ਦੇ ਘਰ ਤੋਂ ਵੀ ਮੈਨੂੰ ਸਾਰੀ ਖਬਰ ਮਿਲ ਜਾਂਦੀ ਸੀ ਕਿ ਕੀ ਹੋਣ ਡਿਆ। ਇਹ ਜਿੱਥੇ ਵੀ ਕੋਈ ਪ੍ਰੋਟੈਸਟ ਹੁੰਦੇ ਸਨ, ਇਹ ਜਿੰਨੀ ਵੀ ਤਰੱਕੀ ਯਾਫਤਾ ਕੌਮਾਂ ਨੇ, ਉੱਥੇ ਪ੍ਰੋਟੈਸਟ ਦੇ ਜਿਹੜੇ ਨੇ ਉਹ ਪ੍ਰੋਟੈਸਟ ਕਰਨ ਦਾ ਹੱਕ ਹਾਸਲ ਹੈ, ਕਿਉਂਕਿ ਇਹ ਬੁਨਿਆਦੀ ਇਨਸਾਨੀ ਹਕੂਕ ਚਾਹੁੰਦਾ ਹੈ ਕਿ ਤੁਸੀਂ ਗਲਾ ਨਾ ਘੁੱਟੋ। ਇਸ ਵਾਸਤੇ ਕਿ ਜਦੋਂ ਤੁਸੀਂ ਗਲ ਘੁੱਟਦੇ ਹੋ, ਬੋਲਣ ਦੀ ਇਜਾਜ਼ਤ, ਸਵਾਲ ਉਠਾਉਣ ਦੀ ਇਜਾਜ਼ਤ ਨਹੀਂ ਦਿੰਦੇ, ਦਲੀਲ ਦੇਣ ਦੀ ਇਜਾਜ਼ਤ ਨਹੀਂ ਦਿੰਦੇ, ਤੇ ਤੁਸੀਂ ਇਨਸਾਨ ਨੂੰ ਉਹਦੀ ਤਖਲੀਕੀ ਕੁਵਤ ਤੋਂ ਮਹਿਰੂਮ ਕਰ ਦਿੰਦੇ ਹੋ, ਤਖਲੀਕੀ ਸਲਾਹੀਅਤ ਤੋਂ ਮਹਿਰੂਮ ਕਰ ਦਿੰਦੇ ਹੋ। ਔਰ ਸਵਾਲ ਉਠਾਣਾ ਔਰ ਦਲੀਲ ਸੁਣਨਾ, ਦਲੀਲ ਦੇਣਾ, ਅਗਰ ਇਨਸਾਨ ਔਰ ਜਾਨਵਰ 'ਚ ਕੋਈ ਬੁਨਿਆਦੀ ਫਰਕ ਹੈ ਤਾਂ ਇਸੇ ਚੀਜ਼ ਦਾ ਹੈ। ਤੇ ਇਹਦਾ ਮਤਲਬ ਹੈ ਕਿ ਜਦੋਂ ਤੁਸੀਂ ਸਵਾਲ ਉਠਾਉਣ ਤੋਂ ਰੋਕ ਦਿਓਗੇ, ਤੁਸੀਂ ਦਲੀਲ ਦੇਣ ਤੋਂ ਰੋਕ ਦਿਓਗੇ, ਤੇ ਫਿਰ ਇਹ ਮੁਆਸ਼ਰਾ ਜਾਨਵਰਾਂ ਦਾ ਮੁਆਸ਼ਰਾ ਬਣੇਗਾ। ਔਰ ਇਹ ਜਾਨਵਰਾਂ ਦਾ ਮੁਆਸ਼ਰਾ ਬਣਿਆ ਹੀ ਕਿ ਜਿਹੜਾ ਈਸਟ ਪਾਕਿਸਤਾਨ ਦੇ ਵਿੱਚ ਤਲਬਾ ਤਹਿਰੀਕਾਂ ਸ਼ੁਰੂ ਹੋਈਆਂ, ਉਹਨਾਂ ਨੂੰ ਕੁਝ ਨਾ ਕੁਝ ਸਰਪ੍ਰਸਤੀ ਕਿਸੇ ਨਾ ਕਿਸੇ ਸਿਆਸੀ ਜਮਾਤ ਦੀ ਵੀ ਸ਼ੁਰੂ ਹੋ ਗਈ, ਔਰ ਉਹਨਾਂ ਨੇ ਅਹਿਸਾਸੇ ਮਹਿਰੂਮੀ ਉਹਨਾਂ ਨੂੰ ਹੋਇਆ, ਉਹਨਾਂ ਦਾ ਗਲ ਘੁੱਟਿਆ ਗਿਆ ਤੇ ਉਹਨਾਂ ਦੀਆਂ ਅੱਖਾਂ ਬਾਹਰ ਆਈਆਂ, ਉਹਨਾਂ ਨੂੰ ਤਕਲੀਫ ਹੋਈ। ਅਦਰਵਾਈਜ਼ ਜਿਹੜਾ ਪਾਕਿਸਤਾਨ ਬਣਾਉਣ ਦੇ ਵਿੱਚ ਬੰਗਾਲੀਆਂ ਦਾ ਜਿਤਨਾ ਬੜਾ ਕਿਰਦਾਰ ਰੋਲ ਸੀ, ਉਹਨਾਂ ਕਿਹਦਾ ਹੋਰ ਹੋ ਸਕਦਾ। ਲੇਕਿਨ ਬਦਕਿਸਮਤੀ ਹੈ ਕਿ ਉਸ ਪ੍ਰੋਟੈਸਟ ਨੂੰ, ਇhtਜਾਜ ਨੂੰ ਦਬਾਉਣ ਲਈ, ਕੁਚਲਣ ਲਈ, ਉਹਨਾਂ ਦੀ ਆਵਾਜ਼ ਨੂੰ, ਉਹਨਾਂ ਦੀ ਦਲੀਲ ਨੂੰ ਖਤਮ ਕਰਨ ਲਈ ਉੱਥੇ ਫੋਰਸਿਸ ਦਾ ਇਸਤੇਮਾਲ ਕੀਤਾ ਗਿਆ, ਔਰ ਉਹ ਫੋਰਸਿਸ ਨੇ ਤਬਾਹਕੁਨ ਅਸਰਾਤ ਮੁਰਤਬ ਕੀਤੇ। ਔਰ ਇਹ ਮੈਂ ਉਦੋਂ ਦੀ ਗੱਲ ਕਰਨਾ, ਹਾਲੇ ਇਲੈਕਸ਼ਨ ਜਿਹੜੇ 1970 ਦੇ ਹੋਏ, ਉਹ ਇਸ ਤੋਂ ਬਾਅਦ ਹੋਏ ਨੇ। ਇਸ ਤੋਂ ਪਹਿਲਾਂ 66-67 ਤੋਂ ਤਹਿਰੀਕ ਜਨਮ ਲੈ ਚੁੱਕੀ ਸੀ। ਉਹ ਆਪਣੇ ਆਪ ਨੂੰ ਅਹਿਸਾਸੇ ਮਹਿਰੂਮੀ ਦਾ ਸ਼ਿਕਾਰ ਸਮਝਣ ਲੱਗ ਪਏ ਸਨ। ਖੈਰ, ਇਹ ਤਹਿਰੀਕਾਂ ਅੱਗੀਆਂ। ਫਿਰ ਮਾਰਚ 1969 ਦੇ ਵਿੱਚ ਮੈਂ ਦੱਸਿਆ ਕਿ ਜਨਰਲ ਅਯੂਬ ਨੇ ਲਿਖ ਕੇ ਦੇ ਦਿੱਤਾ ਜਨਰਲ ਯਾਹੀਆ ਨੂੰ ਕਿ ਜਨਾਬ ਯਾਹੀਆ ਸਾਹਿਬ, ਤੁਸੀਂ ਕਮਾਂਡਰ ਇਨ ਚੀਫ ਹੋ, ਹੁਣ ਤੁਹਾਡੀ ਵਾਰੀ, ਤੁਸੀਂ ਆ ਜਾਓ, ਮੇਰੇ ਕੋਲ ਕੰਟਰੋਲ ਨਹੀਂ ਹੋਣ ਡਿਆ। ਇਹ ਲੈਟਰ ਔਨ ਰਿਕਾਰਡ ਹੈ ਜਨਰਲ ਅਯੂਬ ਦਾ ਕਿ ਮੁਲਕ ਨੂੰ ਬਚਾਉਣ ਵਾਸਤੇ ਇਹ ਬੜੇ ਬੁਹਰਾਨ ਦਾ ਸ਼ਿਕਾਰ ਹੋ ਗਿਆ ਤੇ ਤੁਸੀਂ ਆਓ। ਹੁਣ ਜੇ ਬੁਹਰਾਨ ਦਾ ਸ਼ਿਕਾਰ ਹੋ ਗਿਆ, ਤੁਸੀਂ ਆਪਣੇ ਵੀਰ ਭਰਾ ਨੂੰ ਫਿਰ ਲਿਆ ਕੇ ਉੱਥੇ ਖਿਲਾਰਨ ਡਏ ਹੋ। ਤੇ ਜੇ ਆਪਣੇ ਵੀਰ ਭਰਾ ਨੂੰ ਖਿਲਾਰਨ ਡਏ ਹੋ ਤੇ ਕਿਉਂ ਖਿਲਾਰਨ ਡਏ ਹੋ? ਤੁਸੀਂ ਜਮਹੂਰੀਅਤ ਨੂੰ ਕਿਉਂ ਮੌਕਾ ਨਹੀਂ ਦਿੰਦੇ? ਤੁਸੀਂ ਅਵਾਮੁਨ ਨਾਸ ਨੂੰ ਕਿਉਂ ਮੌਕਾ ਨਹੀਂ ਦਿੰਦੇ? ਤੁਸੀਂ ਇਲੈਕਸ਼ਨ ਕਿਉਂ ਨਹੀਂ ਕਰਵਾਉਂਦੇ, ਜਿਹੜਾ ਬੁਨਿਆਦੀ ਤੌਰ ਤੇ ਫੇਅਰ ਔਰ ਫ੍ਰੀ ਇਲੈਕਸ਼ਨ ਹੀ ਕਿਸੇ ਮੁਆਸ਼ਰੇ ਦੀ
ਕਿਸੇ ਸਿਵਲਾਈਜ਼ਡ ਮੁਆਸ਼ਰੇ ਦੀ ਬੁਨਿਆਦ ਰੱਖਦੇ ਨੇ ਕਿਸੇ ਮੁਲਕ ਦੇ ਵਿੱਚ। ਔਰ ਇਹੋ ਹੀ ਫ੍ਰੀ ਐਂਡ ਫੇਅਰ ਇਲੈਕਸ਼ਨਸ ਹੀ ਨੇ ਜਿਹੜੇ ਕਿਸੇ ਵੀ ਮੁਲਕ ਦੀ ਕਾਮਯਾਬੀ ਜਾਂ ਨਾਕਾਮੀ ਦਾ ਬਾਇਸ ਬਣਦੇ ਨੇ। ਖੈਰ, ਇਲੈਕਸ਼ਨ ਇਸ ਬੜੇ ਹੀ ਪੋਲਰਾਈਜ਼ਡ ਮਾਹੌਲ ਦੇ ਵਿੱਚ ਜਿਹੜਾ ਇਲੈਕਸ਼ਨ ਹੋ ਗਿਆ, ਔਰ ਇਲੈਕਸ਼ਨ ਦੇ ਵਿੱਚ ਵੀ ਇਹੋ ਹੀ ਚੀਜ਼ਾਂ ਸਾਹਮਣੇ ਨਜ਼ਰ ਆਈਆਂ ਕਿ ਐਸਟੈਬਲਿਸ਼ਮੈਂਟ ਦੇ ਨਾਲ ਕੌਣ ਹੈ ਤੇ ਐਸਟੈਬਲਿਸ਼ਮੈਂਟ ਦੇ ਨਾਲ ਕੌਣ ਨਹੀਂ ਹੈਗਾ। ਇਹਦੇ ਬਾਵਜੂਦ ਜਿਹੜਾ ਓਵਰਆਲ ਮਸ਼ਰਕੀ ਤੇ ਮਗਰਬੀ ਪਾਕਿਸਤਾਨ ਦੇ ਇਲੈਕਸ਼ਨ ਹੋਏ, ਇਹਨਾਂ ਦੇ ਵਿੱਚ ਬਹੁਤ ਕਲੀਅਰ ਅਕਸਰੀਅਤ ਉਹ ਜਿਹੜੀ ਉਹ ਮੁਜੀਬੁਰ ਰਹਿਮਾਨ ਨੂੰ, ਅਵਾਮੀ ਲੀਗ ਨੂੰ ਮਿਲੀ। ਔਰ ਅਵਾਮੀ ਲੀਗ ਦਾ ਹੱਕ ਬਣਦਾ ਸੀ ਕਿ ਉਹਨੂੰ ਹਕੂਮਤ ਦਿੱਤੀ ਜਾਂਦੀ ਐਜ਼ ਪ੍ਰਾਈਮ ਮਿਨਿਸਟਰ ਜਾਂ ਜਿਹੜਾ ਵੀ ਨਿਜ਼ਾਮ ਉਸ ਵਕਤ ਦਾ ਮੌਜੂਦ ਸੀ। ਲੇਕਿਨ ਉਹਨੂੰ ਹਕੂਮਤ ਨਹੀਂ ਦਿੱਤੀ ਗਈ, ਸਿਰਫ ਇਸ ਵਾਸਤੇ ਕਿ ਤੂੰ ਮਸ਼ਰਕ ਪਾਕਿਸਤਾਨ ਤੇਰੀਆਂ ਜ਼ਿਆਦਾ ਸੀਟਾਂ ਨੇ, ਮਗਰਬੀ ਪਾਕਿਸਤਾਨ ਜਿਹੜਾ ਉਹ ਭੁੱਟੋ ਸਾਹਿਬ ਪੀਪਲ ਪਾਰਟੀ ਦੀਆਂ ਜ਼ਿਆਦਾ ਸੀਟਾਂ ਨੇ। ਹੁਣ ਉਹ ਮੌਕਾ ਸੀ ਤੈਅ ਕਰਨ ਦਾ ਕਿ ਅਗਰ ਭੁੱਟੋ ਸਾਹਿਬ ਜਿਹੜੇ ਨੇ ਇਹਨਾਂ ਦੀ ਸਿਆਸੀ ਸੋਚ ਹੁੰਦੀ, ਇਹ ਲਾਲਚ ਨਾ ਕਰਦੇ ਤੇ ਇਹ ਜਨਰਲ ਯਾਹੀਆ ਨੂੰ ਕਹਿੰਦੇ ਕਿ ਮੈਂ ਸਿਆਸੀ ਜਮਾਤ ਦੇ ਨਾਲ ਖਲੋਤਾ ਔਰ ਮੈਂ ਹਾਰ ਗਿਆ ਪੂਰੇ ਪਾਕਿਸਤਾਨ ਦੀ ਬੁਨਿਆਦਾਂ ਤੇ। ਇਸ ਵਾਸਤੇ ਮੁਜੀਬੁਰ ਰਹਿਮਾਨ ਜਿਹੜਾ ਉਹਨੂੰ ਇਕਤਦਾਰ ਉਹਦੇ ਹਵਾਲੇ ਕੀਤਾ ਜੇ ਮੈਂ ਆਪੋਜੀਸ਼ਨ 'ਚ ਬੈਠਣਾ। ਲੇਕਿਨ ਅਯੂਬ ਭੁੱਟੋ ਨੇ ਇਹ ਪ੍ਰੈਫਰ ਕੀਤਾ ਜਨਰਲ ਯਾਹੀਆ ਦੇ ਨਾਲ ਰਲ ਕੇ ਉਹਨੂੰ, ਜਿਹੜੀ ਇੱਕ ਅਕਸਰੀਅਤੀ ਪਾਰਟੀ ਸੀ, ਕਿ ਉਹਨੂੰ ਇਕਤਦਾਰ ਦੇ ਨੇੜੇ ਨਹੀਂ ਆਉਣ ਦੇਣਾ। ਉਹਦਾ ਨਤੀਜਾ ਇਹ ਨਿਕਲਿਆ ਕਿ ਭੁੱਟੋ ਸਾਹਿਬ, ਔਨ ਰਿਕਾਰਡ ਮੌਜੂਦ ਹੈ ਕਿ ਭੁੱਟੋ ਸਾਹਿਬ ਨੇ ਕਿਹਾ ਕਿ ਉਧਰ ਤੁਮ ਇਧਰ ਹਮ ਯਾਨੀ ਮਗਰਬ ਪਾਕਿਸਤਾਨ 'ਚ ਮੇਰੀ ਅਕਸਰੀਅਤ ਹੈ, ਮੈਂ ਤਾਂ ਬਣਾਂਗਾ ਇਕਤਦਾਰ ਮੇਰੇ ਕੋਲ, ਤੇ ਜਿਹੜਾ ਮਸ਼ਰਕੀ ਪਾਕਿਸਤਾਨ ਦਾ ਇਕਤਦਾਰ ਹੈ ਇਹ ਜਨਰਲ ਮੁਜੀਬ ਜਿਹੜਾ ਇਹ ਲੈ ਲਵੇ। ਇਸ ਫਾਰਮੂਲੇ ਤੇ ਇਤਫਾਕ ਕਰਾਉਣ ਲਈ ਮੁਜੀਬ ਨੂੰ ਫੜਿਆ, ਜੇਲ੍ਹਾਂ ਹੀ ਦਿੱਤਾ, ਬੰਦ ਕੀਤਾ, ਪ੍ਰੈਸ਼ਰ ਦਿੱਤੇ, ਉਹਨੂੰ ਸਟ੍ਰੈਸ ਦਿੱਤਾ, ਬਲੈਕਮੇਲ ਕੀਤਾ। ਲੇਕਿਨ ਇਹ ਤਹਿਰੀਕ ਜਿਵੇਂ ਜਿਵੇਂ ਉਹਦੇ ਤੇ ਦਬਾਅ ਕੀਤਾ ਗਿਆ, ਇਹਨੂੰ ਮਗਰਬੀ ਪਾਕਿਸਤਾਨ 'ਚ ਫੜ ਕੇ ਰੱਖਿਆ ਸੀ। ਇਹ ਮਸ਼ਰਕੀ ਪਾਕਿਸਤਾਨ ਦੇ ਬੰਗਾਲੀ ਸੀ ਮੁਜੀਬੁਰ ਰਹਿਮਾਨ, ਲੇਕਿਨ ਇਹਨੂੰ ਇੱਥੇ ਦੀਆਂ ਜੇਲ੍ਹਾਂ 'ਚ ਰੱਖਿਆ, ਇੱਥੇ ਤਸ਼ੱਦਦ ਕੀਤੇ, ਇੱਥੇ ਜ਼ੁਲਮੋ ਸਤਮ ਕੀਤੇ, ਬਰਬਰੀਅਤ ਕੀਤੀ ਕਿ ਇਹ ਮੰਨ ਜਾਵੇ ਇਸ ਗੱਲ ਨੂੰ ਕਿ ਜੀ ਇਹ ਅਕਸਰੀਅਤ ਤੇ ਹੈਗੀ ਇਹਦੀ, ਲੇਕਿਨ ਇਹ ਭੁੱਟੋ ਨੂੰ ਇਕਤਦਾਰ ਦੇ ਦੇਵੇ ਮਸ਼ਰਕੀ ਤੇ ਮਗਰਬੀ ਪਾਕਿਸਤਾਨ ਦਾ। ਉਹਨੇ ਇਨਕਾਰ ਕੀਤਾ। ਜਿਵੇਂ ਜਿਵੇਂ ਉੱਤੇ ਜ਼ੁਲਮ ਬਰਬਰੀਅਤ ਹੋਇਆ, ਕਿਉਂਕਿ ਅਕਸਰੀਅਤ ਈਸਟ ਪਾਕਿਸਤਾਨ ਦੇ ਵਿੱਚ ਇਹਦੇ ਨਾਲ ਸੀ, ਵਾਜ਼ੇ ਅਕਸਰੀਅਤ ਮੁਜੀਬੁਰ ਰਹਿਮਾਨ ਦੇ ਨਾਲ, ਉੱਥੇ ਜਿਹੜੀਆਂ ਨੇ ਉਹ ਇhtਜਾਜ ਹੁੰਦੇ ਗਏ, ਵੱਧਦੇ ਗਏ। ਯਾਦ ਰਹੇ ਕਿ ਫਹਾਸ਼ੀ ਉਰਿਆਨੀਅਤ ਦੀ ਬੁਨਿਆਦ ਤੇ ਕਦੀ ਮੁਆਸ਼ਰੇ ਤਬਾਹ ਨਹੀਂ ਹੋਏ, ਨਾ ਇਨਸਾਫੀ ਦੀ ਬੇਸਿਸ ਤੇ ਮੁਆਸ਼ਰੇ ਤਬਾਹ ਹੋਏ ਨੇ। ਖੈਰ, ਉਸ ਤੋਂ ਬਾਅਦ ਜਿਸ ਵੇਲੇ 1970 ਦਾ ਇਲੈਕਸ਼ਨ ਹੋ ਗਿਆ ਤੇ ਇਹ ਉੱਥੇ ਤਹਿਰੀਕ ਜਿਹੜੀ ਬਹੁਤ ਜ਼ਿਆਦਾ ਵੱਧ ਗਈ, ਤੇ 1971 ਮਾਰਚ ਦੇ ਵਿੱਚ ਆ ਕੇ ਪਾਕਿਸਤਾਨ ਇਧਰੋਂ ਮਗਰਬੀ ਪਾਕਿਸਤਾਨ ਨੇ ਕਹਿ ਲਓ ਕਿ ਇਧਰੋਂ ਜਾ ਕੇ ਤੇ ਆਪਣੇ ਜਿਹੜੀ ਸਾਡੀ ਫੋਰਸਸ ਸਨ, ਇਹਨਾਂ ਨੇ ਜ਼ੋਰ ਦੇ ਨਾਲ ਉਹਨਾਂ ਤਹਿਰੀਕਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਲੇਕਿਨ ਉਹ ਦਿਨ ਬ ਦਿਨ ਚੀਜ਼ਾਂ ਵੱਧਦੀਆਂ ਗਈਆਂ। ਇਹੋ ਜਿਹੇ ਮੌਕੇ ਦੀ ਤਲਾਸ਼ ਵਿੱਚ ਤੇ ਦੁਸ਼ਮਣ ਹਮੇਸ਼ਾ ਰਹਿੰਦਾ, ਜਿਹਨੂੰ ਤੁਸੀਂ ਆਪਣਾ ਅਜ਼ਲੀ ਦੁਸ਼ਮਣ ਸਮਝਦੇ ਹੋ। ਉਸ ਦੁਸ਼ਮਣ ਨੇ ਉਸ ਮੌਕੇ ਤੋਂ ਭਰਪੂਰ ਫਾਇਦਾ ਉਠਾਇਆ, ਔਰ ਉਹ ਭਰਪੂਰ ਫਾਇਦਾ ਉਠਾਉਂਦਿਆਂ ਹੋਇਆਂ ਉਹ ਵੀ ਆ ਕੇ ਇੱਕ ਉਸ ਬੁਹਰਾਨ ਦਾ ਹਿੱਸਾ ਬਣ ਗਿਆ, ਫਰੀਕ ਬਣ ਗਿਆ। ਔਰ ਉਸ ਤੋਂ ਬਾਅਦ ਜਿਹੜੀ ਬਦਨਸੀਬੀ ਔਰ ਜਿਹੜੀ ਸ਼ਰਮਿੰਦਗੀ ਸਾਨੂੰ ਉੱਥੇ ਉਠਾਉਣੀ ਪਈ, ਔਰ ਮੈਨੂੰ ਉਹ ਅੱਜ ਵੀ ਯਾਦ ਹੈ ਉਹ ਲਫ਼ਜ਼ POW, ਪ੍ਰਿਜ਼ਨਰਸ ਆਫ ਵਾਰ, ਕਿ ਉਹਦੇ 'ਚ 95,000 ਸਿਵਲੀਅਨ ਸਮੇਤ ਸਾਡੇ ਜਿਹੜੇ ਲੋਕ ਉਹ ਜੰਗੀ ਕੈਦੀ ਬਣੇ। ਔਰ ਉਸ ਤੋਂ ਬਾਅਦ ਜਿਹੜਾ ਇੰਡੀਆ ਜਿਹੜਾ ਢਾਕਾ ਫਾਲ ਹੋ ਗਿਆ, ਜਿਹਨੂੰ ਸਕੂਤਰ ਢਾਕਾ ਕਹਿੰਦੇ ਆ, 16 ਦਸੰਬਰ 1971 'ਚ ਇਹ ਨਤੀਜਾ ਹੋਇਆ ਉਹਨਾਂ ਨਾ ਇਨਸਾਫੀਆਂ ਦਾ, ਉਸ ਜ਼ੁਲਮ ਬਬਰੀਅਤ ਦਾ, ਜਿਹੜੀ ਕਿ ਉੱਥੇ ਰਵਾ ਰੱਖੀ ਗਈ ਕਿ ਤਾਕਤ ਦੀ ਜ਼ੋਰ ਤੇ ਜਿਹੜਾ ਉਹ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਚੀਜ਼ਾਂ ਨੂੰ। ਅਗਰ ਇਹ ਤਜਰਬਾਤ ਅਸੀਂ ਦੁਹਰਾਉਂਦੇ ਰਵਾਂਗੇ ਤੇ ਇਹਨਾਂ ਤਜਰਬਾਤ ਦੇ ਨਤੀਜੇ ਵੀ ਕੋਈ ਮੁਖਤਲਫ ਨਹੀਂ ਹੋਣ ਲੱਗੇ। ਇਸ ਵਾਸਤੇ ਦੁਆ ਹੈ ਕਿ ਯਾ ਬਾਰੀ ਤਾਲਾ ਸਾਡੇ ਇਹ ਮੁਕਤਦਰ ਹਲਕਿਆਂ ਨੂੰ, ਸਿਆਸੀ ਜਮਾਤਾਂ ਨੂੰ ਸੱਚ ਬੋਲਣ ਦਾ ਜਿਹੜੀ ਤੌਫੀਕ ਦੇ। ਔਰ ਤਾਰੀਖ ਇਨਸਾਨੀਅਤ ਆਪਣੇ ਆਪ ਨੂੰ ਦੁਹਰਾਉਂਦੀ ਹੈ। ਔਰ ਜਿਤਨੇ ਵੀ ਤੁਹਾਡੇ ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ ਜ਼ੁਲਮ ਬਰਬਰੀਅਤ ਹੋਈ, ਇਹ ਰਾਜੇ ਮਹਾਰਾਜਿਆਂ ਕੀਤੀ ਜਾਂ ਤੁਸੀਂ ਮੁਸਲਮਾਨਾਂ ਨੇ ਕੀਤੀ, ਮੁਗਲਾਂ ਨੇ ਕੀਤੀ, ਤੇ ਤੁਹਾਡੇ ਸ਼ਮਾਲ ਵਾਲੇ ਪਾਸਿਓਂ ਲੋਕ ਆ ਕੇ ਤੇ ਉਹਨਾਂ ਹਮਲਾਵਰ ਹੋਏ ਇਸ ਖਿੱਤੇ ਤੇ, ਬਰਰੇ ਸਗੀਰ ਤੇ, ਔਰ ਇੱਥੇ ਆ ਕੇ ਉਹਨਾਂ ਹੁਕਮਰਾਨੀ ਕੀਤੀ, ਔਰ ਇੱਥੇ ਆ ਕੇ ਲੋਕਾਂ ਨੂੰ ਗੁਲਾਮ ਬਣਾਇਆ। ਉਹਨਾਂ ਨੂੰ ਤੁਸੀਂ ਫਾਤਿਹ ਕਹਿ ਲਓ, ਉਹਨਾਂ ਨੂੰ ਤੁਸੀਂ ਡਾਕੂ ਕਹਿ ਲਓ, ਜੋ ਕਹਿ ਲਓ। ਲੇਕਿਨ ਉਹਨਾਂ ਨੇ ਜਿਸ ਵੇਲੇ ਇੱਥੇ ਇੰਤਸ਼ਾਰ ਵੇਖਿਆ
ਸਿਆਸੀ ਅਦਮ ਇਸਤਕਾਮ, ਕਮਜ਼ੋਰੀਆਂ ਵੇਖੀਆਂ, ਤੇ ਉਸ ਤੋਂ ਬਾਅਦ ਉਹਨਾਂ ਨੂੰ ਮੌਕੇ ਮਿਲੇ ਕਿ ਉਹ ਇੱਥੇ ਆਏ। ਔਰ ਇਹ ਨਤੀਜਾ ਹੁਣ ਵੀ ਕੋਈ ਡਿਫਰੈਂਟ ਨਹੀਂ ਹੋਏਗਾ। ਇਹਦਾ ਮਤਲਬ ਹੈ ਕਿ ਅਸੀਂ ਜਿਤਨੀ ਜਲਦੀ ਸਮਝ ਜਾਈਏ, ਅਸੀਂ ਉਨਾ ਹੀ ਮੁਨਾਸਿਬ ਹੈਗਾ ਹੈ। ਔਰ ਬੜਾ ਉਹ ਹੁੰਦਾ ਹੈ ਜਿਹੜਾ ਆਪਣੀ ਗਲਤੀਆਂ ਜਿਹੜੀਆਂ ਤਸਲੀਮ ਕਰ ਲੈਣ। ਮੈਂ ਇੱਥੇ ਕੋਟ ਕਰਾਂਗਾ ਇਹ ਮਾਰਸ਼ਲ ਨੂਰ ਖਾਨ ਨੂੰ, ਕਿ ਅੱਲਾਹ ਤਾਲਾ ਉਹਨਾਂ ਨੂੰ ਗਰੀਕ ਰਹਿਮਤ ਕਰੇ। 에ਅਰ ਮਾਰਸ਼ਲ ਨੂਰ ਖਾਨ ਸਾਹਿਬ ਜਿਹੜੇ ਨੇ, ਉਹ ਜਦੋਂ PIA ਨੂੰ ਹੈਡ ਕਰ ਰਹੇ ਹੁੰਦੇ ਸਨ ਨਾ, ਤੇ ਉਹ ਜਾ ਰਹੇ ਸੀ ਕਿਸੇ ਸਫ਼ਰ ਤੇ ਜਹਾਜ਼ ਦੇ ਵਿੱਚ, ਤੇ ਉਹਨਾਂ ਨੇ ਸਮਝਿਆ ਕਿ ਇਹ ਗਲਤੀ ਜਿਹੜੀ ਹੈ ਉਹ ਪਾਇਲਟ ਕਰਨ ਡਿਆ ਹੈ। ਤੇ ਕਾਕਪਿਟ ਜਾ ਕੇ ਤੇ ਉਹਨਾਂ ਨੇ ਉਹਨੂੰ ਪਾਇਲਟ ਨੂੰ ਜਿਹੜਾ ਹੈ ਉਹ ਇੱਕ ਗੱਲ ਕਹੀ, ਉਹਨੂੰ ਦੱਸਿਆ ਕਿ ਇਹ ਤੂੰ ਗਲਤ ਕਰ ਰਿਹਾ। ਤੇ ਪਾਇਲਟ ਨੇ ਅੱਗੇ ਬੜੇ ਸ਼ਾਊਟ ਕਰਦੇ ਹੋਇਆ ਕਿ ਇਹ ਜਹਾਜ਼ ਮੇਰੀ ਕਮਾਂਡ 'ਚ, ਸ਼ਟ ਅਪ, ਦਰਵਾਜ਼ਾ ਬੰਦ ਕਰ ਤੇ ਵਾਪਸ ਚਲਾ ਜਾ ਤੂੰ। ਹਾਲਾਂਕਿ ਉਹਦਾ 7-8 ਦਰਜੇ ਉਹਦੇ ਤੋਂ ਉੱਤੇ ਸੀ। ਜਿਸ ਵੇਲੇ ਅੱਗੇ ਜਾ ਕੇ ਤੇ ਜਹਾਜ਼ ਉਤਰਿਆ, ਤੇ 에ਅਰ ਮਾਰਸ਼ਲ ਨੂਰ ਖਾਨ ਨੇ ਆਪਣੇ ਸਟਾਫ ਨੂੰ ਕਿਹਾ ਕਿ ਉਸ ਪਾਇਲਟ ਨੂੰ ਮੇਰੇ ਕੋਲ ਲਿਆਓ, ਮੈਂ ਸ਼ਾਮ ਨੂੰ ਡਿਨਰ ਉਹਦੇ ਨਾਲ ਕਰਨਾ ਚਾਹੁੰਦਾ। ਉਹਨੂੰ, ਪਾਇਲਟ ਨੂੰ ਸੱਦਿਆ ਗਿਆ, ਤੇ ਜਿਸ ਵੇਲੇ ਉਹ ਡਿਨਰ ਤੇ ਬੈਠੇ ਹਨ, ਤੇ 에ਅਰ ਮਾਰਸ਼ਲ ਨੂਰ ਖਾਨ ਨੇ ਕਿਹਾ, ਆਈ ਜਸਟ ਵਾਂਟਡ ਟੂ ਅਪੋਲੋਜਾਈਜ਼, ਕਿ ਮੇਰੀ ਗਲਤੀ ਸੀ, ਕਿ ਤੂੰ ਵਾਕਈ ਉਸ ਵੇਲੇ ਕਮਾਂਡ ਤੇਰੇ ਕੋਲ ਸੀ ਜਹਾਜ਼ ਦੀ, ਮੈਨੂੰ ਤੈਨੂੰ ਡਿਸਟਰਬ ਨਹੀਂ ਸੀ ਕਰਨਾ ਚਾਹੀਦਾ। ਇਸ ਵਾਸਤੇ ਮੈਂ ਤੇਰੇ ਕੋਲ ਮਾਫੀ ਚਾਹੁੰਦਾ, ਮਾਜ਼ਰਤ ਚਾਹੁੰਦਾ। ਜਿਹੜੇ ਬੜੇ ਲੋਕ ਹੁੰਦੇ ਨੇ, ਜਿਹੜੇ ਨਸਲੀ ਲੋਕ ਹੁੰਦੇ ਨੇ, ਉਹ ਆਪਣੀ ਗਲਤੀਆਂ ਨੂੰ ਤਸਲੀਮ ਕਰਦੇ ਹੋਏ ਮਾਫੀਆਂ ਮੰਗ ਲੈਂਦੇ ਨੇ। ਔਰ ਜਿਸ ਵੇਲੇ ਮਾਫੀਆਂ ਮੰਗ ਲੈਂਦੇ ਨੇ, ਤਾਂ ਉਸ ਤੋਂ ਬਾਅਦ ਉਹਨਾਂ ਦੇ ਅੱਗੇ ਨਵੇਂ ਸਫ਼ਰ ਦਾ ਆਗਾਜ਼ ਹੁੰਦਾ ਹੈ। ਲੇਕਿਨ ਸਾਡੇ ਗਲਤੀ ਤਸਲੀਮ ਕਰਨ ਦੀ ਆਦਤ ਨਹੀਂ, ਰਿਵਾਜ ਨਹੀਂ। ਇਸੇ ਵਾਸਤੇ ਅਸੀਂ ਛੋਟੇ ਲੋਕ ਹਾਂ, ਅਸੀਂ ਬੜੇ ਲੋਕ ਨਹੀਂ। ਬੰਦਿਆਂ ਦੀ ਸੋਚ ਬੰਦੇ ਨੂੰ ਵੱਡੀ ਬਣਾਉਂਦੀ ਏ, ਹੋਰ ਕੋਈ ਚੀਜ਼ ਵੱਡੀ ਨਹੀਂ ਬਣਾਉਂਦੀ।